ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਚੈਨਲ ਨੂੰ ਵੇਖਦੇ ਹੋ। ਫਿਰ ਤੁਸੀਂ ਇਹ ਪ੍ਰਸ਼ਨ ਵੀ ਪੁੱਛਦੇ ਹੋ ਅਤੇ ਆਪਣੀ ਫਰਮਾਇਸ਼ ਵੀ ਭੇਜਦੇ ਹੋ ਕਿ ਕਿਸ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਸੁਣਨੀ ਚਾਹੁੰਦੇ ਹੋ। ਇਹਨਾਂ ਦਿਨਾਂ ਦੇ ਵਿੱਚ ਇੱਕ ਮਿੱਤਰ ਨੇ ਕਿਹਾ ਕਿ ਪਿਆਰ ਵਿਆਹ ਦੇ ਸੰਬੰਧੀ, ਲਵ ਮੈਰਿਜ ਦੇ ਸੰਬੰਧੀ ਆਪਣੇ ਵਿਚਾਰ ਦੱਸੋ। ਵੈਸੇ ਤਾਂ ਇਹ ਲੇਖ ਦਾ ਵਿਸ਼ਾ ਹੈਗਾ, ਪਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ। ਪਰ ਫਿਰ ਇੱਕ ਹੋਰ ਦੋਸਤ ਨੇ ਇਹੀ ਫਰਮਾਇਸ਼ ਕੀਤੀ ਤਾਂ ਮੈਨੂੰ ਲੱਗਿਆ ਕਿ ਫਿਰ ਇਸ ਵਿਸ਼ੇ 'ਤੇ ਵੀਡੀਓ ਬਣਾ ਦੇਣੀ ਚਾਹੀਦੀ ਹੈ। ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਕੀ ਲਵ ਮੈਰਿਜ ਕਰਵਾਉਣੀ ਚਾਹੀਦੀ ਆ ਜਾਂ ਨਹੀਂ ਕਰਵਾਉਣੀ ਚਾਹੀਦੀ। ਪਹਿਲੀ ਗੱਲ ਕਿ ਭਾਈ ਲਵ ਮੈਰਿਜ ਕਰਵਾਉਣੀ ਚਾਹੀਦੀ ਹੈ ਜੇ ਲਵ ਹੋਵੇ ਤਾਂ। ਜੇ ਲਵ ਹੀ ਨਹੀਂ ਕਿਤੇ ਹੋਇਆ ਤਾਂ ਇਹ ਕੋਈ ਧੱਕਾ ਤਾਂ ਹੈ ਨਹੀਂ ਕਿ ਮੈਂ ਉਦੋਂ ਤੱਕ ਮੈਰਿਜ ਨਹੀਂ ਕਰਾਵਾਂਗਾ ਜਦੋਂ ਤੱਕ ਕਿਤੇ ਲਵ ਨਹੀਂ ਹੋਊਗਾ। ਤਾਂ ਪਹਿਲੀ ਗੱਲ ਤਾਂ ਇਹ। ਦੂਸਰਾ ਇਹ ਕਿ ਸ਼ਾਇਦ ਇਹ ਪੁੱਛਣ ਦਾ ਕਾਰਨ ਇਹ ਹੋਵੇ ਕਿ ਕੀ ਲਵ ਮੈਰਿਜਸ ਸਕਸੈਸਫੁਲ ਹੁੰਦੀਆਂ ਜਾਂ ਨਹੀਂ ਹੁੰਦੀਆਂ, ਕੀ ਪਿਆਰ ਵਿਆਹ ਖੁਸ਼ੀ ਦਿੰਦਾ ਜਾਂ ਨਹੀਂ ਦਿੰਦਾ। ਇਹ ਗੱਲ 'ਤੇ ਵਿਚਾਰ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਵੀ ਕਰਨੀ ਜ਼ਰੂਰੀ ਆ ਕਿ ਮੈਂ ਇਸ ਬਾਰੇ ਹੋ ਸਕਦਾ ਕਿ ਬਾਇਸ ਹੋਵਾਂ, ਕਿਉਂਕਿ ਮੈਂ ਤਾਂ ਖੁਦ ਲਵ ਮੈਰਿਜ ਕਰਾਈ ਹੈ, ਮੇਰੀ ਇੱਕ ਬੇਟੀ ਨੇ ਲਵ ਮੈਰਿਜ ਕਰਾਈ ਹੈ। ਇਸ ਕਰਕੇ ਮੈਨੂੰ ਇਹ ਗੱਲ ਤਾਂ ਥੋੜ੍ਹਾ ਜਿਹਾ ਹੋ ਸਕਦਾ ਕਿ ਮੈਂ ਬਾਇਸ ਹੋਵਾਂ, ਪਰ ਇਸ ਦੇ ਬਾਵਜੂਦ ਆਪਾਂ ਥੋੜ੍ਹਾ ਜਿਹਾ ਇਹਦੇ ਇਤਿਹਾਸਕ ਪਿਛੋਕੜ ਦੇ ਵਿੱਚ ਜਾਂਦੇ ਹਾਂ। ਅਸਲ ਦੇ ਵਿੱਚ ਤਾਂ ਇਹ ਕਿ ਮਨੁੱਖ ਦਾ ਜਦੋਂ ਸਮਾਜ ਦਾ ਨਿਰਮਾਣ ਹੋਇਆ ਤਾਂ ਸਮਾਜ ਦੇ ਨਿਰਮਾਣ ਦੇ ਵਿੱਚ ਜਿਹੜੀ ਇੱਕ ਚੀਜ਼ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਪਹਿਲਾਂ ਇੱਕੋ ਇਲਾਕੇ, ਇੱਕੋ ਪਿੰਡ ਦੇ ਪਰਿਵਾਰਾਂ ਦੇ ਵਿੱਚ ਹੀ ਆਪਸ ਵਿੱਚ ਸ਼ਾਦੀ ਹੁੰਦੀ ਸੀਗੀ, ਜਿਹਨੂੰ ਕਿਹਾ ਜਾ ਸਕਦਾ ਹੈ ਕਿ ਸਗੋਤਰ ਵਿਆਹ, ਯਾਨੀ ਆਪਣੇ ਹੀ ਪਰਿਵਾਰ ਦੇ ਵਿੱਚ ਵਿਆਹ। ਪਰ ਉਹਦੀਆਂ ਕੁਝ ਮੁਸ਼ਕਲਾਂ ਸੀ। ਇੱਕ ਉਹਦੀ ਵੱਡੀ ਜਿਹੜੀ ਮੁਸ਼ਕਲ ਸੀ, ਉਹ ਮੁਸ਼ਕਲ ਤਾਂ ਸੀ ਇਹ ਕਿ ਅੰਦਰੇ ਅੰਦਰ ਵਿਆਹ ਹੋਣ ਦੇ ਨਾਲ ਜਿਹੜੇ ਜੀਨ ਉਹ ਕਮਜ਼ੋਰ ਪੈ ਜਾਂਦੇ ਆ। ਅਤੇ ਇਹ ਹੌਲੀ ਹੌਲੀ ਮਨੁੱਖ ਨੇ ਆਪਦੇ ਅਨੁਭਵ ਤੋਂ ਸਿੱਖ ਲਿਆ ਕਿ ਜੇ ਆਪਣੇ ਜਾਤ ਕੋੜਵੇਂ ਕਬੀਲੇ ਤੋਂ ਬਾਹਰ ਵਿਆਹ ਕੀਤਾ ਜਾਵੇ, ਆਪਣੀ ਗੋਤ ਤੋਂ, ਆਪਣੇ ਪਰਿਵਾਰ ਤੋਂ ਬਾਹਰ ਵਿਆਹ ਕੀਤਾ ਜਾਵੇ, ਤਾਂ ਜਿਹੜੇ ਬਾਹਰੋਂ ਨਵੇਂ ਜੀਨ ਆ ਸਕਦੇ ਆ। ਤਾਂ ਇੱਕ ਤਾਂ ਉਹਦਾ ਅਭਿਆਸ ਰਾਹੀਂ ਇਹ ਕਾਰਨ ਸੀਗਾ। ਇਹ ਜਿਹੜਾ ਹੁਣ ਜੈਨੇਟਿਕ ਸਟੱਡੀ ਹੋਈ ਆ, ਇਹ ਤਾਂ ਅੱਜ ਭਲਕ ਦੀਆਂ ਗੱਲਾਂ ਨੇ, ਮੈਂ ਪੁਰਾਣੀ ਗੱਲ ਕਰ ਰਿਹਾ। ਦੂਜਾ ਕਾਰਨ ਇਹ ਸੀਗਾ ਕਿ ਜਿਹੜਾ ਜਵਾਨੀ ਦਾ ਜਦੋਂ ਜ਼ੋਰ ਹੁੰਦਾ ਉਦੋਂ ਆਪਣਾ ਸਾਥੀ ਲੱਭਣ ਦੇ ਲਈ ਜਿਹੜੇ ਮਰਦ ਨੇ, ਮੇਲ ਨੇ, ਉਹਨਾਂ ਵਿੱਚ ਆਪਸ ਵਿੱਚ ਝਗੜੇ ਹੁੰਦੇ ਸੀ, ਲੜਾਈਆਂ ਹੁੰਦੀਆਂ ਸੀ, ਅਤੇ ਪਰਿਵਾਰਾਂ ਦੇ ਵਿੱਚ ਹੀ ਇੱਕ ਦੂਸਰੇ ਦਾ ਕਤਲ ਹੋ ਜਾਂਦਾ ਸੀ। ਇਸ ਕਾਰਨ ਕਰਕੇ ਬਹੁਤੇ ਸਮਾਜਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਵਿਆਹ ਹੈ ਉਹ ਬਾਹਰ ਕੀਤਾ ਜਾਵੇ। ਅਤੇ ਬਾਹਰ ਕਰਨ ਦੇ ਲਈ ਜਿਹੜਾ ਵਿਆਹ ਹੈ ਉਹਦੇ ਲਈ ਇੱਕ ਤਰੀਕਾ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪ੍ਰਚਲਿਤ ਪ੍ਰਣਾਲੀ ਆ ਉਹਦੇ ਅਨੁਸਾਰ ਜਿਹੜਾ ਵਿਆਹ ਹੈ ਉਹ ਪਿੰਡ ਤੋਂ ਬਾਹਰ, ਜਾਤ ਦੇ ਅੰਦਰ, ਕਿਉਂਕਿ ਪੰਜਾਬ ਦੇ ਵਿੱਚ ਨਹੀਂ, ਭਾਰਤ ਦੇ ਵਿੱਚ ਹੀ ਜਿਹੜਾ ਜਾਤ ਪ੍ਰਣਾਲੀ ਬਹੁਤ ਸਟਰੋਂਗ ਹੈ ਕਿ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ। ਉਹ ਪਿੰਡ ਤੋਂ ਭਾਵ ਕਿ ਪਿੰਡ ਦਾ ਪਿੰਡ ਵਿੱਚ ਵਿਆਹ ਨਹੀਂ ਹੋਵੇਗਾ, ਕਿਉਂਕਿ ਪਿੰਡ ਇੱਕ ਛੋਟੀ ਇਕਾਈ ਸੀ। ਦੂਜੇ ਪਾਸੇ ਕੀ ਸੀ ਕਿ ਆਪਣੀ ਜਾਤ ਦੇ ਵਿੱਚ, ਕਿ ਜੱਟਾਂ ਦਾ ਜੱਟਾਂ ਦੇ, ਪੰਡਤਾਂ ਦੇ ਪੰਡਤਾਂ ਦਾ। ਉਦੋਂ ਅੱਗੇ ਕਿ ਗੋਤ ਦੇ ਵਿੱਚ ਨਹੀਂ ਹੋਵੇਗਾ, ਕਿ ਸੰਧੂਆਂ ਦੇ ਸੰਧੂਆਂ ਦਾ ਨਹੀਂ ਹੋਵੇਗਾ, ਬਰਾੜਾਂ ਦੇ ਬਰਾੜਾਂ ਦਾ ਨਹੀਂ ਹੋਵੇਗਾ। ਇਹ ਜਿਹੜਾ ਪ੍ਰਣਾਲੀ ਹੈ, ਭਾਰੂ ਸੱਭਿਆਚਾਰਕ ਪ੍ਰਣਾਲੀ ਹੈ ਸਾਡੇ ਭਾਰਤੀ ਪੰਜਾਬ ਦੀ। ਪਾਕਿਸਤਾਨੀ ਪੰਜਾਬ ਦੇ ਵਿੱਚ ਤਾਂ ਇਸਲਾਮ ਧਰਮ ਦੇ ਅਸਰ ਹੋਣ ਕਰਕੇ ਅਤੇ ਉੱਥੇ ਕਿਹਾ ਜਾ ਸਕਦਾ ਹੈਗਾ ਕਿ ਆਪਣੇ ਨੇੜੇ ਦੇ ਰਿਸ਼ਤਿਆਂ 'ਚ ਵਿਆਹ ਹੋ ਸਕਦਾ। ਹੁਣ ਗੱਲ ਇਹ ਕਿ ਜਦੋਂ ਇਹ ਪ੍ਰਣਾਲੀ ਆਪਾਂ ਇੱਕ ਵਾਰ ਪ੍ਰਵਾਨ ਕਰ ਲਈ ਤਾਂ ਉਸ ਹਾਲਤ ਦੇ ਵਿੱਚ ਜਿਹੜੀ ਪਿੰਡ ਦੀ ਕੁੜੀ ਆ ਉਹ ਤਾਂ ਜਿਹਨੂੰ ਕਹਿ ਸਕਦੇ ਹਾਂ ਕਿ ਪਿੰਡ ਦੀ ਇੱਜ਼ਤ ਸਾਂਝੀ, ਜਾਂ ਪਿੰਡ ਦੀ ਧੀ ਭੈਣ, ਸਭ ਦੀ ਧੀ ਭੈਣ, ਤਾਂ ਉਸ ਹਾਲਤ ਦੇ ਵਿੱਚ ਉਹਦੇ ਨਾਲ ਤਾਂ ਵਿਆਹ ਦੀ ਸੰਭਾਵਨਾ ਨਹੀਂ ਸੀ। ਤਾਂ ਫਿਰ ਵਿਆਹ ਦੀਆਂ ਸੰਭਾਵਨਾਵਾਂ ਕਿੱਥੇ ਪੈਦਾ ਹੋਈਆਂ? ਤਾਂ ਵਿਆਹ ਦੀਆਂ ਸੰਭਾਵਨਾਵਾਂ ਜਿਹੜੀਆਂ ਪੈਦਾ ਹੋਈਆਂ ਉਹ ਜਦੋਂ ਸਿੱਖਿਆ ਵੱਡੀ ਪੱਧਰ 'ਤੇ ਫੈਲੀ, ਖਾਸ ਕਰਕੇ ਜਦੋਂ ਕਾਲਜ, ਸਕੂਲ, ਯੂਨੀਵਰਸਿਟੀਆਂ ਖੁੱਲ੍ਹੀਆਂ ਅਤੇ ਦਫ਼ਤਰਾਂ 'ਚ ਬੰਦੇ ਕੰਮ ਕਰਨ ਲੱਗੇ, ਤਾਂ ਉੱਥੇ ਦਫ਼ਤਰਾਂ 'ਚ ਰਹਿੰਦਿਆਂ ਕਈ ਵਾਰ ਇਹ ਲੱਗਦਾ ਹੈਗਾ ਕਿ ਇਹ ਬੰਦਾ ਜਾਂ ਇਹ ਬੰਦੀ ਕਿ ਜ਼ਿਆਦਾ ਦੂਜਿਆਂ ਨਾਲੋਂ ਚੰਗੀ ਆ, ਮੇਰੇ ਨਾਲ ਇਹਦਾ ਸੁਭਾਅ ਮਿਲਦਾ, ਜਾਂ ਅਸੀਂ ਇੱਕ ਦੂਸਰੇ ਨੂੰ ਪਸੰਦ ਕਰਦੇ ਹਾਂ, ਤਾਂ ਉਹ ਇੱਕ ਪਿਆਰ ਦਾ ਰੂਪ ਆ ਅਤੇ ਉਹ ਵਿਆਹ ਦੇ ਵਿੱਚ ਪਰਿਵਰਤਿਤ ਹੋ ਜਾਂਦਾ ਜਾਂ ਹੋ ਜਾਣ ਲੱਗਿਆ ਪੰਜਾਬ ਦੇ ਵਿੱਚ। ਦੇਖੋ,
ਹਰ ਸੱਭਿਆਚਾਰ ਦੀ ਇੱਕ ਆਪਣੀ ਰਸਮ ਰਿਵਾਜ ਹੁੰਦੀ ਹੈ। ਮੈਂ ਹੈਰਾਨ ਹਾਂ ਕਿ ਬਹੁਤ ਪੰਜਾਬੀ ਦੇ ਜਿਹੜੀਆਂ ਸਾਹਿਤਕ ਕਿਰਤਾਂ ਉਹਨਾਂ ਵਿੱਚ ਅਕਸਰ ਹੀ ਇਹ ਆਉਂਦਾ ਹੈ ਕਿ ਵੀ ਤੂੰ ਕੁੜੀ ਦੇ ਬਾਪ ਨੂੰ ਕਿਹਾ ਜਾਂਦਾ, ਕੁੜੀ ਦੀ ਮਾਂ ਕਹਿੰਦੀ ਆ ਕਿ ਵੀ ਤੂੰ ਕਿੱਥੇ ਸੁੱਤਾ ਪਿਆ ਹੈਗਾ, ਗਲੀ 'ਚ ਮੁੰਡੇ ਗੇੜੇ ਮਾਰਦੇ, ਆਪਾਂ ਕੁੜੀ ਦਾ ਛੇਤੀ ਵਿਆਹ ਕਰੀਏ। ਉਹਦਾ ਭਾਵ ਹੁੰਦਾ ਕਿ ਨਮੋਸ਼ੀ ਵਾਲੀ ਗੱਲ ਆ। ਉਹਦੇ ਉਲਟੇ ਕਿ ਮੈਂ ਇੱਕ ਅੰਗਰੇਜ਼ੀ ਨਾਵਲ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਇਸ ਕਿਸਮ ਦੇ ਵਿਚਾਰ ਸੀਗੇ ਕਿ ਆਪਣੀ ਜਿਹੜੀ ਕੁੜੀ ਆ ਉਹ ਕਿੱਡੀ ਵੱਡੀ ਹੋ ਗਈ, ਹਾਲੇ ਤੱਕ ਉਹਨੂੰ ਕੋਈ ਮੁੰਡਾ ਹੀ ਨਹੀਂ ਮਿਲਣ ਆਉਂਦਾ। ਤਾਂ ਉੱਥੇ ਇਹ ਹੀਣਤ ਵਾਲੀ ਗੱਲ ਜਾਂ ਮਾੜੀ ਗੱਲ ਨਹੀਂ ਸਮਝੀ ਜਾਂਦੀ, ਇਹ ਚੰਗੀ ਗੱਲ ਸਮਝੀ ਜਾਂਦੀ ਹੈ। ਆਪੋ ਆਪਣੇ ਸੱਭਿਆਚਾਰਾਂ ਦੀ ਗੱਲ ਹੁੰਦੀ ਹੈ। ਹੁਣ ਗੱਲ ਆਪਾਂ ਆਉਂਦੀ ਆ ਕਿ ਆਪਣੇ ਜਿਹੜਾ ਪੰਜਾਬੀ ਸਮਾਜ ਆ ਇਹਦੇ ਵਿੱਚ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਕਿ ਨਹੀਂ। ਗੱਲ ਫਿਰ ਆਪਾਂ ਉੱਥੇ ਹੀ ਲੈ ਜਾਂਦੇ ਆ ਕਿ ਜੇ ਪਿਆਰ ਹੈ, ਲਵ ਹੈ, ਤਾਂ ਫਿਰ ਮੈਰਿਜ ਕਰਾ ਲੈਣੀ ਚਾਹੀਦੀ ਹੈ। ਪਰ ਹੁਣ ਅਗਲੀ ਜਿਹੜੀ ਸਮੱਸਿਆ ਕਿ ਲਵ ਹੈ ਵੀ ਜਾਂ ਨਹੀਂ। ਕਈ ਵਾਰ ਕੀ ਹੁੰਦਾ ਕਿ ਅਸੀਂ ਸਰੀਰਕ ਖਿੱਚ ਨੂੰ ਪਿਆਰ ਸਮਝ ਲੈਂਦੇ ਹਾਂ, ਸਰੀਰਕ ਖਿੱਚ ਨੂੰ ਪਿਆਰ ਸਮਝ ਲੈਂਦੇ ਹਾਂ। ਉਸ ਹਾਲਤ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਵਾਰੀ ਅਸੀਂ ਜਜ਼ਬਾਤੀ ਹੋ ਕੇ ਫੈਸਲਾ ਲੈ ਲੈਂਦੇ ਹਾਂ ਤੇ ਉਸ ਫੈਸਲੇ ਵਿੱਚ ਕਈ ਵਾਰ ਇੱਕ ਧਿਰ ਦੂਸਰੇ ਨਾਲ ਧੋਖਾ ਕਰ ਰਹੀ ਹੁੰਦੀ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਇੱਕ ਧਿਰ ਆ ਜਿਹੜੀ ਉਹ ਦੂਜੇ ਧਿਰ ਦੇ ਨਾਲ ਧੋਖਾ ਕਰ ਰਹੀ ਹੈਗੀ। ਉਹ ਫਿਰ ਜਿਹੜੇ ਵਿਆਹ, ਪਿਆਰ ਵਿਆਹ ਜਿਹੜੇ ਘਰੋਂ ਭੱਜ ਕੇ ਕਰਾਏ ਜਾਂਦੇ ਆ, ਮਾਂ ਪਿਓ ਦੀ ਮਰਜ਼ੀ ਦੇ ਉਲਟ ਜਾ ਕੇ ਕਰਾਏ ਜਾਂਦੇ ਆ, ਜਿਹਨੂੰ ਕਹਿੰਦੇ ਆ ਕੱਚੀ ਉਮਰ ਦਾ ਪਿਆਰ, ਟੀਨਏਜਰ ਲਵ ਆ ਜਿਹੜਾ, ਜਿਹਨੂੰ ਕਹਿੰਦੇ ਆ ਕਿ ਪਹਿਲੀ ਨਜ਼ਰ ਦਾ ਪਿਆਰ, ਉਹ ਜਿਹੜਾ ਫਿਰ ਕਈ ਵਾਰ ਬਾਅਦ ਦੇ ਵਿੱਚ ਦੁੱਖਾਂ ਦਾ ਕਾਰਨ ਬਣਦਾ। ਤੇ ਉਹ ਫਿਰ ਇਸ ਗੱਲ ਦਾ ਆਧਾਰ ਵੀ ਬਣ ਜਾਂਦਾ ਕਿ ਵੇਖੋ ਲਵ ਮੈਰਿਜਾਂ ਜਿਹੜੀਆਂ ਕਾਮਯਾਬ ਨਹੀਂ ਹੁੰਦੀਆਂ। ਇਸ ਦੇ ਉਲਟ ਜਿਹੜੇ ਬੰਦੇ ਆਪਣੇ ਕਿਸੇ ਰੁਜ਼ਗਾਰ 'ਤੇ ਆ, ਆਪਣੀ ਸਿੱਖਿਆ ਪੂਰੀ ਕਰ ਚੁੱਕੇ ਆ, ਇੱਕ ਦੂਸਰੇ ਨੂੰ ਜਾਣਦੇ ਨੇ, ਲੰਮੇ ਸਮੇਂ ਤੋਂ ਜਾਣਦੇ ਆ। ਲੰਮਾ ਸਮਾਂ ਹੁਣ ਇਹ ਆ ਕੋਈ 10-12 ਸਾਲ ਤਾਂ ਨਹੀਂ ਹੋ ਸਕਦੇ, ਪਰ ਲੰਮੇ ਸਮੇਂ ਤੋਂ ਭਾਵ ਇਹ ਕਿ ਘੱਟੋ ਘੱਟ ਉਹ 2 ਸਾਲਾਂ ਤੋਂ 1 ਸਾਲ ਤੋਂ ਇੱਕ ਦੂਸਰੇ ਨੂੰ ਜਾਣਦੇ ਆ। ਉਹ ਬੰਦੇ ਜੇ ਮੈਰਿਜ ਕਰਾ ਲੈਣ ਤਾਂ ਉਹ ਸਕਸੈਸਫੁੱਲ ਹੀ ਹੁੰਦੀਆਂ। ਵੈਸੇ ਜਿਹੜਾ ਪਰੰਪਰਾਗਤ ਤੌਰ 'ਤੇ ਵਿਆਹ ਕੀਤਾ ਜਾਂਦਾ ਹੈਗਾ, ਕੋਈ ਇਸ ਤਰ੍ਹਾਂ ਦੀ ਹਜੇ ਰਿਸਰਚ ਮੇਰੀ ਨਿਗਾਹ ਦੇ ਵਿੱਚ ਤਾਂ ਨਹੀਂ ਆਈ, ਸ਼ਾਇਦ ਇਸ ਕਿਸਮ ਦੀ ਰਿਸਰਚ ਹੋਈ ਵੀ ਹੋਵੇ ਕਿ ਜਿਹੜੇ ਪਰੰਪਰਾਗਤ ਤੌਰ 'ਤੇ ਵਿਆਹ ਕੀਤੇ ਜਾਂਦੇ ਹੈਗੇ ਆ ਉਹਨਾਂ ਦੇ ਵਿੱਚ ਵਿਆਹ ਟੁੱਟਣ ਦਾ ਜਿਹੜੀ ਪ੍ਰਤੀਸ਼ਤ ਆ ਉਹ ਕੀ ਆ, ਤੇ ਜਿਹੜੀਆਂ ਲਵ ਮੈਰਿਜਸ ਨਾਲ ਵਿਆਹ ਹੋਇਆ ਹੁੰਦਾ ਹੈਗਾ, ਲਵ ਦੇ ਬਾਅਦ ਵਿਆਹ ਹੋਇਆ ਹੁੰਦਾ, ਉਹਦੇ ਵਿੱਚ ਜਿਹੜੇ ਵਿਆਹ ਟੁੱਟਣ ਦੀਆਂ ਪ੍ਰਤੀਸ਼ਤਤਾ ਕੀ ਹੈਗੀ ਆ, ਇਹ ਕੋਈ ਮੇਰੇ ਤਾਂ ਕੋਈ ਜਾਣਕਾਰੀ 'ਚ ਨਹੀਂ। ਪਰ ਜਿੱਥੋਂ ਤੱਕ ਅਨੁਭਵ ਦੀ ਗੱਲ ਹੈਗੀ ਆ, ਜੇ ਮੈਂ ਆਪਣੇ ਵਿਭਾਗ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਜਿਹੜੀਆਂ ਪਿਆਰ ਵਿਆਹ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਏ ਆ ਤੇ ਉਹ ਸਕਸੈਸਫੁੱਲ ਵੀ ਹੈਗੇ ਆ। ਸੋ ਇਹ ਨਹੀਂ ਕੋਈ ਕਾਰਨ ਕਿ ਇਸ ਦੇ ਨਾਲ ਕੋਈ ਇਹਦੇ ਟੁੱਟਣ ਦੀ ਸੰਭਾਵਨਾ। ਹੁਣ ਅਗਲੀ ਜਿਹੜੀ ਗੱਲ ਆਉਂਦੀ ਆ ਕਿ ਬਹੁਤ ਵਾਰ ਆ ਜਿਹੜਾ ਹੈਗਾ, ਜਿਹੜੇ 2 ਵਿਅਕਤੀ ਆ ਉਹ ਤਾਂ ਵਿਆਹ ਕਰਵਾਉਣਾ ਚਾਹੁੰਦੇ, ਉਹਨਾਂ ਵਿੱਚੋਂ ਕਈ ਵਾਰ ਦੋਹਾਂ ਦੇ ਮਾਂ-ਪਿਓ ਨਹੀਂ ਮੰਨਦੇ ਤੇ ਕਈ ਵਾਰ ਇੱਕ ਧਿਰ ਦਾ ਮਾਂ-ਪਿਓ ਨਹੀਂ ਮੰਨਦਾ। ਤਾਂ ਉਸ ਹਾਲਤ ਦੇ ਵਿੱਚ ਇੱਕ ਝਗੜਾ ਪੈਦਾ ਹੋ ਜਾਂਦਾ। ਉਹ ਝਗੜੇ ਦਾ ਜਿਹੜਾ ਰੂਪ ਆ, ਸਭ ਤੋਂ ਜਿਹੜਾ ਮਾੜਾ ਰੂਪ ਬਣਦਾ, ਉਹ ਮਾੜਾ ਰੂਪ ਇਹ ਬਣ ਜਾਂਦਾ ਕਿ ਕੁੜੀ ਮੁੰਡਾ ਜਿਹੜੇ ਉਹ ਭੱਜ ਕੇ ਵਿਆਹ ਕਰਵਾ ਲੈਂਦੇ ਆ ਜਾਂ ਭੱਜ ਕੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਆ। ਤਾਂ ਉਸ ਹਾਲਤ ਦੇ ਵਿੱਚ ਆਮ ਕਰਕੇ ਕੁੜੀ ਵਾਲਿਆਂ ਦੇ ਜਿਹੜੇ ਘਰ ਦੇ ਆ ਉਹ ਮੁੰਡੇ ਨੂੰ ਸਰੀਰਕ ਤੌਰ 'ਤੇ ਹਾਨੀ ਪਹੁੰਚਾਉਂਦੇ ਆ। ਗੱਲ ਕੀ ਜੀ, ਮਾਰ ਦਿੰਦੇ ਆ। ਤਾਂ ਜਿਹਨੂੰ ਕਹਿੰਦੇ ਅਣਖ ਖਾਤਰ ਕਤਲ, ਜਿਹਦਾ ਨਾਂ ਦਿੱਤਾ ਗਿਆ, ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਇਹਨੂੰ ਅਣਖ ਖਾਤਰ ਕਤਲ ਨਹੀਂ ਕਰਨਾ ਚਾਹੀਦਾ ਹੈ, ਇਹਨੂੰ ਪਿਆਰ ਦਾ ਕਤਲ ਕਰਨਾ ਹੈ, ਮੁਹੱਬਤ ਦਾ ਕਤਲ ਕਹਿਣਾ ਚਾਹੀਦਾ ਹੈਗਾ। ਇਹਨੂੰ ਨਿੰਦਣੀ ਚੀਜ਼ ਕਹਿਣੀ ਚਾਹੀਦੀ ਹੈ, ਇਹਨੂੰ ਅਣਖ ਨਾਲ ਜਿਹੜਾ ਜੋੜਨਾ ਹੀ ਆ। ਇਹ ਸਾਡੇ ਮੀਡੀਏ ਦੀ ਇੱਕ ਗਲਤ ਗੱਲ ਹੈਗੀ ਆ ਕਿ ਉਹਨੂੰ ਅਣਖ ਖਾਤਰ ਕਤਲ ਨਹੀਂ ਇਹਨੂੰ ਕਹਿਣਾ ਚਾਹੀਦਾ ਗਾ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਬਹੁਤ ਵਾਰੀ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ, ਉਹਨਾਂ ਫੈਸਲਿਆਂ ਦੇ ਪਿੱਛੇ ਕਈ ਵਾਰੀ ਜਜ਼ਬਾਤ ਮਹੱਤਵਪੂਰਨ ਹੁੰਦੇ ਆ ਕਿ ਉਹ ਤੇਜ਼ੀ ਨਾਲ ਜਜ਼ਬਾਤ ਆ ਜਿਹੜੇ ਉਹ ਫਿਰ ਕੁਝ ਸਮੇਂ ਬਾਅਦ ਖਤਮ ਹੋ ਜਾਂਦੇ ਆ। ਜਜ਼ਬਾਤ ਖਤਮ ਕਿੱਥੇ ਹੋ ਜਾਂਦੇ ਆ? ਜਿੱਥੇ ਜਿਹੜੇ ਜਜ਼ਬਾਤ ਆ ਉਹ ਲੰਮੀਆਂ ਸਾਂਝਾਂ 'ਤੇ, ਵਿਚਾਰਧਾਰਕ ਸਾਂਝਾਂ 'ਤੇ ਇੱਕ ਲੰਮੀ ਜਿਸ ਕਹਿੰਦੇ ਇੱਕ ਜੀਵਨ ਨਿਰਵਾਹ ਕਰਨ ਲਈ ਇੱਕ ਮਿਨੀਮਮ ਘੱਟੋ ਘੱਟ ਇੱਕ ਆਰਥਿਕ ਪੱਧਰ ਚਾਹੀਦਾ ਹੁੰਦਾ, ਉਸ ਦਾ ਖਿਆਲ ਰੱਖੇ ਬਗੈਰ ਜਦੋਂ ਫੈਸਲੇ ਲੈ ਜਾਂਦੇ ਆ ਤਾਂ ਫਿਰ ਇਹ ਕਿ ਕੁਛ ਚਿਰ ਬਾਅਦ ਜਿਹੜੀ ਸਰੀਰਕ ਖਿੱਚ ਆ ਉਹ ਖਤਮ ਹੋ ਜਾਂਦੀ ਆ ਤੇ ਫਿਰ ਉਹ ਲੜਾਈ ਝਗੜਿਆਂ ਨੂੰ ਜਨਮ ਦਿੰਦੀ ਹੈ। ਮੇਰੀਆਂ 2-3 ਸਲਾਹਾਂ ਵਿਆਹ ਕਰਵਾਉਣ ਜਾ ਰਹੇ ਪ੍ਰੇਮੀ ਜੋੜਿਆਂ ਨੂੰ ਆ ਤੇ 2-4 ਜਿਹੜੀਆਂ ਸਲਾਹਾਂ ਉਹ ਪਰਿਵਾਰਕ ਮੈਂਬਰਾਂ ਨੂੰ ਆ। ਜਿਹੜੀ ਸਲਾਹ ਹੈਗੀ ਆ ਜੋੜੇ ਨੂੰ, ਤੇ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਇਹ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਤੁਸੀਂ ਜਿਸ ਨੂੰ ਮਿਲ ਰਹੇ ਹੋ ਉਹ ਨਾਲ ਜੇ ਤੁਹਾਡੀ ਸ਼ਾਦੀ ਹੋ ਜਾਂਦੀ ਆ
ਤਾਂ ਕੀ ਤੁਸੀਂ ਆਰਥਿਕ ਤੌਰ 'ਤੇ ਆਪਣੇ ਪਰਿਵਾਰਾਂ ਤੋਂ ਬਗੈਰ, ਦੋਹਾਂ ਪਰਿਵਾਰਾਂ ਤੋਂ ਸਹਾਇਤਾ ਲਏ ਬਗੈਰ ਕੀ ਤੁਸੀਂ ਗੁਜ਼ਾਰਾ ਕਰ ਸਕਦੇ ਹੋ? ਦੂਸਰੀ ਗੱਲ, ਕੀ ਜਿਹਨੂੰ ਤੁਸੀਂ ਪਿਆਰ ਕਹੀ ਜਾਂਦੇ ਆ ਉਹ ਨਿਰੋਲ ਕਾਮ ਖਿੱਚ ਤਾਂ ਨਹੀਂ? ਕੀ ਉਹ ਸਿਰਫ ਤੁਹਾਡੀ ਸਰੀਰਕ ਖਿੱਚ ਤਾਂ ਨਹੀਂ? ਔਰ ਉਸ ਤੋਂ ਵੀ ਅਗਲੀ ਗੱਲ, ਇੱਕ ਹੋਰ ਸਵਾਲ ਵੀ ਪੁੱਛਣਾ ਚਾਹੀਦਾ ਹੈਗਾ ਕਿ ਚਾਹੇ ਤੁਸੀਂ ਅੱਜ ਮੁਹੱਬਤ ਵਿੱਚ ਆ, ਪਰ ਕਿਤੇ ਤੁਹਾਡੇ ਪਾਰਟਨਰ ਆ, ਜਿਹੜਾ ਤੁਹਾਡਾ ਸਾਥੀ ਆ, ਕਿਤੇ ਉਹ ਧੋਖਾ ਤਾਂ ਨਹੀਂ ਕਰ ਰਿਹਾ? ਇਹ ਦੋਵੇਂ ਪਾਸੇ ਆ ਧੋਖਾ, ਇਹ ਨਹੀਂ ਕਿ ਮੁੰਡਾ ਧੋਖਾ ਕਰਦਾ ਜਾਂ ਕੁੜੀ ਧੋਖਾ ਕਰਦੀ ਆ। ਬਹੁਤ ਵਾਰੀ ਆ ਜਿਹੜੇ ਬੰਦੇ ਮੁੰਡੇ ਆ ਉਹਨਾਂ ਦੇ ਕੋਲ ਚੰਗੀ ਜ਼ਮੀਨ ਜਾਇਦਾਦ ਹੁੰਦੀ ਆ ਜਾਂ ਚੰਗੀ ਨੌਕਰੀ ਹੁੰਦੀ ਆ, ਅਤੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੀਆਂ। ਦੂਸਰੇ ਪਾਸੇ ਕਈ ਵਾਰ ਜਿਹੜੀਆਂ ਕੁੜੀਆਂ ਉਹ ਵੀ ਚੰਗੀ ਨੌਕਰੀ ਕਰਦੀਆਂ ਹੁੰਦੀਆਂ ਜਾਂ ਸੋਹਣੀਆਂ ਸੁਨੱਖੀਆਂ ਹੁੰਦੀਆਂ, ਅਤੇ ਮੁੰਡੇ ਉਹਨਾਂ ਨੂੰ ਝੂਠ ਬੋਲ ਕੇ, ਕਿ ਕੀ ਉਹ ਝੂਠ ਤਾਂ ਨਹੀਂ ਬੋਲ ਰਹੇ? ਜ਼ਮੀਨ ਜਾਇਦਾਦ ਬਾਰੇ, ਆਪਣੇ ਪਰਿਵਾਰਕ ਪਿਛੋਕੜ ਬਾਰੇ ਝੂਠ, ਆਪਣੀ ਨੌਕਰੀ ਬਾਰੇ ਝੂਠ। ਮੈਂ ਇਹੋ ਜਿਹੇ ਕੇਸ ਵੀ ਵੇਖੇ ਆ ਕਿ ਜਿੱਥੇ ਬੰਦਿਆਂ ਨੇ ਝੂਠੇ ਤੌਰ 'ਤੇ ਕਹਿ ਦਿੱਤਾ ਕਿ ਮੈਂ ਤਾਂ IAS ਕਲੀਅਰ ਕਰ ਗਿਆ, ਅਤੇ ਇਸ ਨਾਲ ਉਹਨਾਂ ਨੇ ਮੈਂ ਕਿ ਲੰਮਾ ਸਮਾਂ ਧੋਖੇ 'ਚ ਰੱਖ ਕੇ ਵਿਆਹ ਕਰਵਾ ਲਿਆ। ਜਾਂ ਇਹ ਕਿ ਜ਼ਮੀਨ ਬਾਰੇ ਫੜ ਮਾਰ ਦੇਣੀ ਕਿ ਮੇਰੇ ਕੋਲ ਤਾਂ 30 ਕਿੱਲੇ ਨੇ। ਧੋਖਾ ਦੋਵੇਂ ਪਾਸੇ ਨੇ। ਉਹ 'ਚ ਕੁੜੀਆਂ ਦਾ ਵੀ ਬਹੁਤ ਸਾਰੇ ਕੇਸ ਹੈਗੇ ਆ ਕਿ ਜਿੱਥੇ ਕੁੜੀਆਂ ਧੋਖਾ ਦੇ ਦਿੰਦੀਆਂ। ਇਸ ਸਥਿਤੀ ਲਈ ਕਿ ਕਿਤੇ ਤੁਹਾਡਾ ਪਾਰਟਨਰ ਧੋਖਾ ਤਾਂ ਨਹੀਂ ਦੇ ਰਿਹਾ, ਇਹਨਾਂ ਚੀਜ਼ਾਂ ਨੂੰ ਜ਼ਰੂਰ ਚੈੱਕ ਕਰ ਲਿਆ ਜਾਵੇ। ਹੁਣ ਅਗਲੀ ਗੱਲ ਕਿ ਮਾਂ ਪਿਓ ਨੂੰ ਕੀ ਚਾਹੀਦਾ? ਮਾਂ ਪਿਓ ਨੂੰ ਪਹਿਲੀ ਗੱਲ ਤਾਂ ਇਹ ਕਿ ਜੇ ਬੱਚਿਆਂ ਦੀ ਖੁਸ਼ੀ ਆ ਤਾਂ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ। ਤੁਸੀਂ ਉਹਨਾਂ ਦੀ ਖੁਸ਼ੀ ਵਿੱਚ ਖੁਸ਼ ਹੋਣਾ ਸਿੱਖੋ। ਦੂਸਰੀ ਗੱਲ ਕਿ ਜੇ ਤੁਸੀਂ ਨਹੀਂ ਖੁਸ਼, ਤੁਸੀਂ ਨਹੀਂ ਉਹਨਾਂ ਨੂੰ ਸਪੋਰਟ ਕਰ ਸਕਦੇ, ਤਾਂ ਕਮ ਸੇ ਕਮ ਜੇ ਉਹ ਆਪਦੀ ਜ਼ਿੰਦਗੀ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਅੜਿੱਕਾ ਨਾ ਅੜਾਓ। ਮਾਂ ਪਿਓ ਕੋਲ ਵੱਡੇ ਤੋਂ ਵੱਡਾ ਕੀ ਹਥਿਆਰ ਹੈ ਕਿ ਮੈਂ ਤੁਹਾਨੂੰ ਜ਼ਮੀਨ ਜਾਇਦਾਦ 'ਚੋਂ ਹਿੱਸਾ ਨਹੀਂ ਦੇਣਾ? ਨਾ ਦਿਓ, ਪਰ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਿਓ। ਜਿਹੜੀ ਗੱਲ ਆ ਮਾਰਨ ਦੀ, ਹਾਲ ਦੀ ਘੜੀ ਬਹੁਤੇ ਜਿਹੜੇ ਜਿਹੇ ਕੇਸਾਂ 'ਚ ਜਦੋਂ ਵੀ ਕਦੇ ਮਾਰਿਆ ਜਾਂਦਾ ਤਾਂ ਜਿਹੜਾ ਮਾਰਨ ਵਾਲੇ ਆ ਉਹ ਵੀ ਬਚਦੇ ਨਹੀਂ ਆ, ਜੇਲ੍ਹ 'ਚ ਜਾਂਦੇ ਆ, ਸਜ਼ਾਵਾਂ ਹੁੰਦੀਆਂ, ਫਾਂਸੀ ਵੀ ਹੁੰਦੀ ਆ। ਇਸ ਕਰਕੇ ਇਹ ਸਟੈਪ ਵੀ ਲੈਣਾ ਕੋਈ ਵਾਜਬ ਨਹੀਂ ਆ। ਪਰ ਆਖਰੀ ਗੱਲ ਕਿ ਜੇ ਕਿਸੇ ਨੇ ਵਿਆਹ ਕਰਵਾ ਲਿਆ, ਸਿਰਫ ਉਹਨਾਂ ਨੂੰ ਤੰਗ ਕਰਨ ਖਾਤਰ ਤੁਸੀਂ ਉਹਨਾਂ ਨੂੰ ਤੰਗ ਨਾ ਕਰੋ। ਉਹ ਆਮ ਬਹੁਤੇ ਕੇਸਾਂ ਵਿੱਚ ਇਹ ਵੇਖਿਆ ਗਿਆ ਕਿ ਜਦੋਂ ਕੁਝ ਸਾਲ ਬੀਤ ਜਾਂਦੇ ਆ, ਉਹੀ ਰਿਸ਼ਤੇਦਾਰ ਦੁਬਾਰਾ ਫਿਰ ਮਿਲਣ ਵਰਤਣ ਲੱਗ ਪੈਂਦੇ ਆ, ਦੁਬਾਰਾ ਫਿਰ ਇੱਕ ਦੂਸਰੇ ਨਾਲ ਉਵੇਂ ਮੁਹੱਬਤ ਨਿਸ਼ਾਵਰ ਕਰਦੇ ਆ ਜਿਵੇਂ ਪਹਿਲਾਂ ਕਰਦੇ ਹੁੰਦੇ ਆ। ਇਹ ਮੇਰਾ ਖਿਆਲ ਆ ਕਿ ਸਮਾਜ ਦੀ ਤਰੱਕੀ ਦੇ ਲਈ, ਤਬਦੀਲੀ ਦੇ ਲਈ, ਇੱਕ ਚੰਗੀ ਅੰਡਰਸਟੈਂਡਿੰਗ ਦੇ ਲਈ ਇਹ ਇੱਕ ਹੁਣ ਸਮਾਂ ਹੈ ਕਿ ਪੰਜਾਬੀ ਸਮਾਜ ਅਜਿਹੇ ਵਿਆਹਾਂ ਨੂੰ ਪ੍ਰਵਾਨਗੀ ਦੇਵੇ। ਤਾਂ ਅਜਿਹੇ ਵਿਆਹਾਂ ਨਾਲ ਜੇ ਪ੍ਰਵਾਨਗੀ ਦੇਵੇਗੀ ਤਾਂ ਹਾਲ ਦੀ ਘੜੀ ਜਿਹੜਾ ਜਾਤ ਤੋਂ ਬਾਹਰ ਵਿਆਹ ਹੈ ਉਹ ਥੋੜ੍ਹਾ ਜਿਹਾ ਔਖਾ ਹੈ, ਅਤੇ ਪਿੰਡ ਦੇ ਵਿੱਚ ਥੋੜ੍ਹਾ ਜਿਹਾ ਔਖਾ ਹੈ, ਪਰ ਲੱਗਦਾ ਕਿ ਹੌਲੀ ਹੌਲੀ ਇਹ ਬੰਧਨ ਟੁੱਟਣਗੇ। ਇਹਦੇ ਨਾਲ ਫਿਰ ਜਾਤ ਪਾਤ ਵੀ ਟੁੱਟੇਗੀ, ਇਹਦੇ ਨਾਲ ਜਿਹੜਾ ਦਾਜ ਦਾ ਕੋਡ ਆ ਉਹ ਵੀ ਖਤਮ ਹੋਵੇਗਾ, ਅਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਇਹਦੇ ਨਾਲ ਸੱਚਮੁੱਚ ਔਰਤ ਮਰਦ ਦੀ ਬਰਾਬਰੀ ਆਵੇਗੀ। ਕਿਉਂਕਿ ਉਹ ਜਿਹੜਾ ਮਾਪਿਆਂ ਦੀ ਸਹੇੜ ਆ ਉਸ ਨੂੰ ਤਾਂ ਔਰਤ ਜਰ ਲੈਂਦੀ ਆ, ਪਰ ਜਿਹੜੀ ਉਹਦੀ ਖੁਦ ਦੀ ਸਹੇੜ ਹੁੰਦੀ ਆ ਜਾਂ ਤਾਂ ਫਿਰ ਉਹਨੂੰ ਨਿਭਾਉਂਦੀ ਆ, ਅਤੇ ਜਾਂ ਫਿਰ ਉਹ ਕਹਿੰਦੀ ਆ ਕਿ ਚੱਲ ਭਾਈ ਤੇਰਾ ਰਸਤਾ ਵੱਖ, ਮੇਰਾ ਰਸਤਾ ਵੱਖ, ਆਪਾਂ ਇਕੱਠੇ ਹੋਏ ਸੀਗੇ ਕਿ ਆਪਣੇ ਵਿੱਚ ਸਾਂਝ ਸੀ, ਮੁਹੱਬਤ ਸੀ, ਪਿਆਰ ਸੀ। ਜੇ ਅੱਜ ਪਿਆਰ ਨਹੀਂ ਅਤੇ ਅੱਜ ਮੁਹੱਬਤ ਨਹੀਂ ਤਾਂ ਫਿਰ ਆਪਣੇ ਰਸਤੇ ਵੱਖ-ਵੱਖ। ਉਹਦੇ ਨਾਲ ਜਿਹੜੀ ਔਰਤ ਮਰਦ ਦੇ ਵਿੱਚ ਇੱਕ ਬਰਾਬਰੀ ਆਉਂਦੀ ਹੈ। ਮੈਨੂੰ ਲੱਗਦਾ ਕਿ ਪੰਜਾਬੀ ਸਮਾਜ ਇਸ ਤਬਦੀਲੀ ਦੇ ਦੌਰ ਵਿੱਚ ਗੁਜ਼ਰ ਰਿਹਾ ਹੈ। ਦੋਹਾਂ ਧਿਰਾਂ ਨੂੰ ਹੀ, ਮੁੰਡੇ ਨੂੰ ਵੀ ਅਤੇ ਕੁੜੀ ਨੂੰ ਵੀ, ਨੌਜਵਾਨਾਂ ਨੂੰ ਵੀ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ, ਪੇਕਿਆਂ ਨੂੰ ਵੀ ਅਤੇ ਸਹੁਰਿਆਂ ਨੂੰ ਵੀ, ਦੋਹਾਂ ਨੂੰ ਇਹ ਸਾਰੇ ਮਸਲੇ 'ਤੇ ਠੰਡੇ ਦਿਮਾਗ ਨਾਲ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਨਾ ਕਿ ਆਪਣੀਆਂ ਜਿਹੜੀਆਂ ਰੂੜੀਵਾਦੀ ਕਦਰਾਂ ਕੀਮਤਾਂ ਉਹਨਾਂ ਨਾਲ ਚਿਪਕੇ ਰਹਿਣਾ ਚਾਹੀਦਾ ਹੈ। ਹੀਰ ਰਾਂਝਾ ਸਾਡੇ ਸੱਚਮੁੱਚ ਦੇ ਆਦਰਸ਼ ਹੋਣੇ ਚਾਹੀਦੇ ਆ, ਨਾ ਕਿ ਕੇਵਲ ਗਾਇਕਾਂ ਤੋਂ ਹੀਰ ਰਾਂਝੇ ਦੇ ਕਿੱਸੇ ਹੀ ਸੁਣੀਏ। ਮਿਹਰਬਾਨੀ, ਸ਼ੁਕਰੀਆ।